हेलो एवरीवन कंटिन्यूइंग द टॉपिक द डिस्ट्रीब्यूशन लॉ। पिछले वीडियो ਲੈਕਚਰ ਦੇ ਵਿੱਚ ਆਪਾਂ ਗੱਲ ਕੀਤੀ ਸੀ ਕਿ ਵਾਟ ਇਜ਼ ਡਿਸਟ੍ਰੀਬਿਊਸ਼ਨ ਲॉ ਐਂਡ ਉਹਦੇ ਵਿੱਚ ਕੀ ਆਇਆ ਸੀ C1/C2 ਇਜ਼ ਇਕੁਅਲਸ ਟੂ K दैट इज़ पार्टीशन कोफिशिएंट ਤੇ C1 की सी कंसनट्रेशन ऑफ सल्यूट इन one solvent and over concentration of solute in the another solvent is comes out to be constant and that is known as partition coefficient। बट ਉਹ लॉ की सी वैलिड नहीं सी ਜਦੋਂ ਕੀ ਹੈ ਉਹਦੀ ਮੋਲੀਕੂਲਰ ਸਟੇਟ ਸੋਲਿਊਟ ਦੀ ਚੇਂਜ ਹੋ ਜਾਵੇ ਕਿਸੇ ਵੀ ਸੋਲਵੈਂਟ ਦੇ ਵਿੱਚ ਤਾਂ ਉਦੋਂ ਕੀ ਹੈ ਉਹ लॉ वैलिड नहीं सी ਤਾਂ ਉਹਦੇ ਲਈ ਕੀ ਹੈ ਕੋਈ ਨਾ ਕੋਈ ਮੋਡੀਫਿਕੇਸ਼ਨ ਕਰਨੀ ਪਏਗੀ। ਤਾਂ ਟੁਡੇ ਵੀ ਵਿਲ ਡਿਸਕਸ ਦ ਮੋਡੀਫਿਕੇਸ਼ਨ ਆਫ ਡਿਸਟ੍ਰੀਬਿਊਸ਼ਨ लॉ ਵਿਚ ਚੇਂਜ ਇਨ ਮੋਲੀਕੂਲਰ ਸਟੇਟ ਆਫ ਸੋਲਿਊਟ। ਇਹਦੇ ਵਿੱਚ ਕੇਸ 1 ਕੀ ਆਏਗਾ ਕਿ ਵੈਨ ਸੋਲਿਊਟ ਅੰਡਰਗੋਜ਼ ਐਸੋਸੀਏਸ਼ਨ ਇਨ ਵਨ ਆਫ ਦੀ ਸੋਲਵੈਂਟ। ਜਦੋਂ ਕੀ ਹੈ ਕਿ ਜਿਹੜਾ ਸੋਲਿਊਟ ਹੈ ਉਹ ਐਸੋਸੀਏਟ ਹੋ ਗਿਆ ਇੱਕ ਸੋਲਵੈਂਟ ਦੇ ਵਿੱਚ ਕਿਸੇ ਵੀ ਸੋਲਵੈਂਟ ਦੇ ਵਿੱਚ। ਆਪਾਂ ਦੋ ਸੋਲਵੈਂਟਸ ਲੈ ਲਏ, ਇੱਕ ਨੂੰ ਫੇਸ 1 ਸੈਕਿੰਡ ਇਜ਼ ਫੇਸ 2। ਇਹਦੇ ਵਿੱਚ ਕੀ ਹੋਏਗਾ एक्स ਤੁਸੀਂ ਲਵੋਗੇ एक्स ਆਪਾਂ ਲਵਾਂਗੇ ਕਿ ਸੋਲਿਊਟ ਹੈ एक्स डिनोशन ਦਿੱਤੀ ਹੈ ਸੋਲਿਊਟ ਨੂੰ ਉਹ ਕੀ ਹੈ ਸੋਲੂਬਲ ਇਨ ਫੇਸ 1 एक्स इज ਸੋਲੂਬਲ ਇਨ ਫੇਸ 2। ਬਟ ਜਿਹੜੀ ਐਸੋਸੀਏਸ਼ਨ ਹੋ ਰਹੀ ਹੈ ਉਹ ਸਿਰਫ ਕਿਹੜੇ ਸੋਲਵੈਂਟ ਦੇ ਵਿੱਚ ਹੋ ਰਹੀ ਹੈ 2 ਵਾਲੇ ਦੇ ਵਿੱਚ। ਤਾਂ ਉਦੋਂ ਜਿਹੜੇ NX ਸੀ ਉਹ ਐਸੋਸੀਏਟ ਹੋ ਕੇ ਕੀ ਬਣ ਗਏ XN। ਬਟ ਫੇਸ 1 ਦੇ ਵਿੱਚ ਕੋਈ ਐਸੋਸੀਏਸ਼ਨ ਨਹੀਂ ਹੋਈ ਉਦੋਂ ਕੋਈ ਚੇਂਜ ਨਹੀਂ ਆਇਆ। ਉਹਦੀ ਨੋਰਮਲ ਕੰਸਨਟ੍ਰੇਸ਼ਨ ਸੀ C1 ਉਹ C1 ਹੀ ਰਹੇਗੀ। The C1 is concentration of X in phase 1, the C2 is concentration of X in phase 2, C2 is its total concentration of X in phase 2। ਤਾਂ ਦੋ ਇਕੁਲਿਬਰੀਅਮ ਐਗਜ਼ਿਸਟ ਕਰਨਗੇ, ਇੱਕ X ਤੇ X ਦਾ X ਜਿਹੜੇ ਇੱਥੇ ਪਏ ਨੇ ਫੇਸ 1 ਦੇ ਵਿੱਚ, ਦੂਸਰੇ ਫੇਸ 2 ਦੇ ਵਿੱਚ X ਪਏ ਨੇ ਜੋ ਆਫਟਰ ਐਸੋਸੀਏਸ਼ਨ ਜੋ X ਰਹਿ ਜਾਣਗੇ ਉਹ ਵਾਲੇ ਹੋ ਗਏ X। ਇੱਕ ਇਕੁਲਿਬਰੀਅਮ ਆ ਹੋਏਗਾ। ਦੂਸਰਾ ਇਕੁਲਿਬਰੀਅਮ ਕਿਹੜਾ ਐਗਜ਼ਿਸਟ ਕਰੇਗਾ ਜਿਹੜੇ N ਮੋਲਸ ਹੈ X ਦੇ ਐਸੋਸੀਏਟ ਹੋ ਕੇ ਕੀ ਬਣਾਤੇ ਉਹਨਾਂ ਨੇ X ਇੱਕ N ਨੰਬਰ ਹੈ ਜਿਹੜੇ X ਦੇ ਐਸੋਸੀਏਟ ਹੋ ਕੇ ਕੀ ਬਣ ਗਏ XN। ਇਹ ਵਾਲੇ ਦੋ ਇਕੁਲਿਬਰੀਅਮ ਐਗਜ਼ਿਸਟ ਕਰਨਗੇ ਤੇ ਅਲਫਾ ਇਜ਼ ਡਿਗਰੀ ਆਫ ਐਸੋਸੀਏਸ਼ਨ ਹੇਅਰ। ਤਾਂ ਜਿਹੜੀ ਕੰਸਨਟ੍ਰੇਸ਼ਨ ਹੈ ਆਫ ਨੋਰਮਲ ਮੋਲੀਕਿਊਲਸ ਇਨ ਫੇਸ 2। ਹੁਣ ਆਪਾਂ ਨੋਰਮਲ ਮੋਲੀਕਿਊਲਸ ਇੱਥੇ ਕਿਹੜੇ ਨੇ X ਹੈ ਤਾਂ ਆਪਾਂ ਅਲਫਾ ਕੀ ਲਈਏ ਡਿਗਰੀ ਆਫ ਐਸੋਸੀਏਸ਼ਨ। ਤਾਂ ਜਦੋਂ ਕੀ ਹੈ ਟੋਟਲ ਕੰਸਨਟ੍ਰੇਸ਼ਨ ਆਪਾਂ ਲੈਣੇ ਹੁੰਦੇ 1 ਜੇ ਅਲਫਾ ਇਜ਼ ਡਿਗਰੀ ਆਫ ਐਸੋਸੀਏਸ਼ਨ ਤਾਂ ਆਫਟਰ ਐਸੋਸੀਏਸ਼ਨ ਤਾਂ ਉਹ ਕਿੰਨੇ ਰਹਿ ਜਾਣਗੇ 1 ਮਾਈਨਸ ਅਲਫਾ ਇੰਟੂ C2 ਕਿਉਂਕਿ ਟੋਟਲ ਕੰਸਨਟ੍ਰੇਸ਼ਨ ਕਿੰਨੀ ਸੀ C2 ਤਾਂ ਆਫਟਰ ਐਸੋਸੀਏਸ਼ਨ ਉਹ ਕਿੰਨੇ ਰਹਿ ਜਾਣਗੇ 1 ਮਾਈਨਸ ਅਲਫਾ and total will be concentration of normal molecules in phase 2 will come out to be 1 minus alpha into C2। ਨੈਕਸਟ ਇਜ਼ ਹੁਣ ਆਪਾਂ ਕੀ ਹੈ K ਦੀ ਵੈਲਿਊ ਫਾਈਂਡ ਕਰਾਂਗੇ ਕਿਉਂਕਿ ਆਪਣੇ ਕੋਲ ਦੋ ਇਕੁਲਿਬਰੀਅਮਸ ਆਏ ਆ ਦੋਨਾਂ ਲਈ ਡਿਫਰੈਂਟ ਫਾਈਂਡ ਕਰਾਂਗੇ। ਤਾਂ ਕੀ ਹੈ ਫਸਟ ਇਕੁਲਿਬਰੀਅਮ ਕੀ ਹੈ X ਤੇ X ਦੇ ਵਿੱਚ ਇਕੁਲਿਬਰੀਅਮ ਇੱਕ X ਹੈ ਫੇਸ 1 ਦੇ ਵਿੱਚ ਦੂਸਰਾ ਇਨ ਫੇਸ 2। ਤਾਂ ਇਹਦੇ 'ਤੇ ਕੀ ਹੈ ਤੁਸੀਂ ਡਿਸਟ੍ਰੀਬਿਊਸ਼ਨ ਲਾਅ ਲਗਾਓਗੇ। ਫੇਸ 1 ਦੇ ਵਿੱਚ ਕੰਸਨਟ੍ਰੇਸ਼ਨ ਕਿੰਨੀ ਹੈ X ਦੀ C1 ਤੇ ਫੇਸ 2 ਦੇ ਵਿੱਚ X ਜਿਹੜੇ ਨੋਰਮਲ ਮੋਲੀਕਿਊਲਸ ਹੈ ਫੇਸ 2 ਦੇ ਵਿੱਚ ਕਿੰਨੇ ਰਹਿ ਜਾਣਗੇ 1 ਮਾਈਨਸ ਅਲਫਾ ਇੰਟੂ C2 ਐਂਡ ਉਹਨੂੰ ਆਪਾਂ ਡਿਨੋਟ ਕਰਤਾ ਬਾਈ K ਐਂਡ ਨੰਬਰ ਦੇਤਾ ਉਹਨੂੰ 1। ਹੁਣ ਨੈਕਸਟ ਇਕੁਲਿਬਰੀਅਮ ਹੈ NX ਤੇ XN ਦੇ ਵਿੱਚ। ਤਾਂ ਇੱਥੇ ਕੀ ਆਪਾਂ ਡਿਸਟ੍ਰੀਬਿਊਸ਼ਨ ਲਾਅ ਨਹੀਂ ਲਗਾ ਸਕਦੇ ਕਿਉਂਕਿ ਐਸੋਸੀਏਸ਼ਨ ਹੋ ਰਹੀ ਹੈ ਦਿਸ ਲਾਅ ਇਜ਼ ਨਾਟ ਵੈਲਿਡ ਫॉर ਇਟ। ਤਾਂ ਇੱਥੇ ਆਪਾਂ ਕਿਹੜਾ ਲਾਅ ਲਗਾਵਾਂਗੇ ਅਕੋਰਡਿੰਗ ਟੂ ਲਾਅ ਆਫ ਕੈਮੀਕਲ ਇਕੁਲਿਬਰੀਅਮ। ਇੱਥੇ ਕਿਹੜਾ ਲਾਅ ਲੱਗੇਗਾ ਕੈਮੀਕਲ ਇਕੁਲਿਬਰੀਅਮ ਵਾਲਾ। ਉਹਦੇ ਵਿੱਚ ਕੀ ਹੁੰਦਾ ਹੈ ਕੀ ਆਏਗੀ ਕੰਸਨਟ੍ਰੇਸ਼ਨ ਆਫ ਦੀ ਪ੍ਰੋਡਕਟ ਓਵਰ concentration of the reactants। the concentration of the product means concentration of the associated molecules in phase 2 ਕਿਉਂਕਿ ਇਕੁਲਿਬਰੀਅਮ ਹੈ ਸਾਰਾ phase 2 ਦੇ ਵਿੱਚ ਐਗਜ਼ਿਸਟ ਕਰ ਰਿਹਾ ਤਾਂ ਆਪਾਂ ਇੱਥੇ phase 2 ਦੀ ਹੀ ਗੱਲ ਕਰਾਂਗੇ। ਤਾਂ ਕੀ ਆਏਗਾ ਉੱਪਰ concentration of associated molecules in 2 phase and over concentration of normal molecules in phase 2 raised to power n because ਇੱਥੇ n number of X ने या number of moles ने तो ਉਹਦੀ raised to power n आ जाएगी। तो that will be equal to K equilibrium। तो next देखेंगे कि concentration of associated molecules in phase 2 कितनी होएगी क्योंकि alpha is degree of association तो C2 into alpha will be its concentration but divide करोगे by n because n की है इत्थे associate होई है तां करके n नाल की हो गया इत्थे divide हो गया। over concentration of normal molecules in phase 2 that is 1 minus alpha into C2 as we have done previously raised to power n। ਤਾਂ ਉਸ ਤੋਂ ਬਾਅਦ is equals to K equilibrium then n goes on the right side and the equation becomes C2 alpha by 1 minus alpha into C2 raised to power n is equals to K equilibrium into n। then taking the nth root
nth root लेके c2 alpha the power 1 by n, here it will come 1 minus alpha into c2, and k equilibrium into n will comes out to be another constant, and after that we will give it a name, equation number 2. Then equation number 1, dividing the equation number 1 by equation number 2, we get this result, that is c1 by nth root of c2 is equals to constant if alpha is equals to 1. ਤਾਂ ਉੱਥੇ ਕੀ ਸੀ ਡਿਸਟ੍ਰੀਬਿਊਸ਼ਨ ਲਾਅ ਕੀ ਕਹਿੰਦਾ c1 by c2 is equals to constant, ਬਟ ਜੇ ਐਸੋਸੀਏਸ਼ਨ ਹੋਊਗੀ ਤਾਂ ਕਿਹੜਾ ਫਾਰਮੂਲਾ ਜਾਂ ਲਾਅ ਯੂਜ਼ ਕਰੋਗੇ c1 by nth root of c2 is equals to constant. ਐਂਡ ਅਨਦਰ ਬੈਨੀਫਿਟ ਆਫ ਇਟ ਇਜ਼ ਕਿ ਜੇ ਤੁਸੀਂ c1 c2 ਆਪਾਂ ਫਾਈਂਡ ਕਰ ਲੈਂਦੇ ਹਾਂ ਐਕਸਪੈਰੀਮੈਂਟਲੀ, ਤਾਂ ਆਪਾਂ ਕੀ ਹੈ n ਦੀ ਵੈਲਿਊ फाइंड कर सकते हैं. n इज़ हेयर एक्सटेंट ऑफ एसोसिएशन, वो फाइंड कर सकते हैं कि कितनी एसोसिएशन हुई है. होप यू ऑल हैव क्लीयर दिस. एंड नैक्सट मूविंग टूवर्ड्स द केस सैकेंड. केस सैकेंड ਦੇ ਵਿੱਚ ਕੀ ਹੋਏਗਾ ਕਿ ਹੁਣ ਆਪਾਂ ਐਸੋਸੀਏਸ਼ਨ ਦੀ ਗੱਲ ਕਰ ਲਈ. ਹੁਣ ਸੈਕਿੰਡ ਕੇਸ ਕੀ ਹੋਏਗਾ ਜਦੋਂ ਵੈਨ ਦਾ ਸੋਲਿਊਟ ਅੰਡਰਗੋਸ ਡਿਸੋਸੀਏਸ਼ਨ ਇਨ ਵਨ ਆਫ ਦੀ ਸੋਲਵੈਂਟ. ਹੁਣ ਕੀ ਹੈ ਡਿਸੋਸੀਏਸ਼ਨ ਹੋਏਗੀ, ਪਹਿਲਾਂ ਕੀ ਹੋਈ ਸੀ ਐਸੋਸੀਏਸ਼ਨ. ਸਿਮਿਲਰਲੀ ਹੁਣ ਆਪਾਂ ਲੈ ਲਿਆ ਕਿ ਫੇਸ 1 ਦੇ ਵਿੱਚ ਕੋਈ ਚੇਂਜ ਨਹੀਂ ਆ ਰਿਹਾ, ਡਿਸੋਸੀਏਸ਼ਨ ਨਹੀਂ ਹੋ ਰਹੀ, ਇੱਥੇ x ਹੀ ਰਹੇਗੀ. ਦੂਸਰੀ ਦੇ ਵਿੱਚ ਕੀ ਹੈ ਹੁਣ ਡਿਸੋਸੀਏਸ਼ਨ ਹੋਈ ਹੈ, ਤਾਂ ਆਪਾਂ ਡਿਸੋਸੀਏਸ਼ਨ ਦੇ ਵਿੱਚ ਕੀ ਲਵਾਂਗੇ ਕਿ x ਕਿਹਦੇ ਵਿੱਚ ਡਿਸੋਸੀਏਟ ਹੋ ਗਿਆ a ਪਲਸ b ਦੇ ਵਿੱਚ. ਤਾਂ ਇੱਥੇ ਦੋ ਇਕੁਇਲਿਬਰੀਅਮਸ ਐਗਜ਼ਿਸਟ ਕਰਨਗੇ, x ਦੇ ਨਾਲ, ਦੂਸਰਾ x a ਪਲਸ b ਦੇ ਨਾਲ. ਤਾਂ ਇੱਥੇ ਕੀ ਹੈ ਉੱਥੇ ਡਿਗਰੀ ਆਫ ਐਸੋਸੀਏਸ਼ਨ ਲਈ ਸੀ ਅਲਫਾ, ਹੇਅਰ ਵੀ ਵਿਲ ਟੇਕ ਡਿਗਰੀ ਆਫ ਡਿਸੋਸੀਏਸ਼ਨ ਇਜ਼ ਇਕੁਅਲਸ ਟੂ ਅਲਫਾ. ਤਾਂ ਜੇ ਡਿਸੋਸੀਏਸ਼ਨ ਹੋ ਰਹੀ ਹੈ ਫੇਸ 2 ਦੇ ਵਿੱਚ ਤਾਂ ਡਿਸਟ੍ਰੀਬਿਊਸ਼ਨ ਲਾਅ ਲਗਾਵਾਂਗੇ ਸਿੱਧਾ. ਕੀ ਆਏਗਾ ਫੇਸ 1 ਦੇ ਵਿੱਚ ਕੰਸਨਟ੍ਰੇਸ਼ਨ ਇਜ਼ c1 ਓਵਰ ਫੇਸ 2 ਦੇ ਵਿੱਚ ਕੰਸਨਟ੍ਰੇਸ਼ਨ ਕੀ ਆਏਗੀ c2 1 ਮਾਈਨਸ ਅਲਫਾ, ਕਿਉਂਕਿ ਇੱਥੇ ਕੀ ਹੈ ਅਲਫਾ ਇਜ਼ ਡਿਗਰੀ ਆਫ डिसोसीएशन. सिमिलर केस है एज इन केस ऑफ एसोसीएशन. तो ये की आ जाएगा इक्वल्स टू के. जे अपने को डिसोसीएशन हो रही है फेस 1 ਦੇ ਵਿੱਚ ਤਾਂ ਫਿਰ ਕੀ ਆਏਗਾ ਉੱਪਰ ਵਾਲੀ ਕੰਸਨਟ੍ਰੇਸ਼ਨ ਕਿਹਦੇ ਵਿੱਚ ਚੇਂਜ ਹੋ ਜਾਏਗੀ c1 into 1 minus alpha. ਫਿਰ ਫੇਸ 2 ਦੇ ਵਿੱਚ ਕੋਈ ਚੇਂਜ ਨਹੀਂ ਆਏਗਾ ਤਾਂ c2 ਰਹਿ ਜਾਏਗਾ ਇਜ਼ ਇਕੁਅਲਸ ਟੂ ਕਾਂਸਟੈਂਟ. ਇਹਦੀ ਅੱਗੋਂ ਕੀ ਹੈ, ਅੱਗੋਂ ਕੋਈ ਮੋਡੀਫਿਕੇਸ਼ਨ ਨਹੀਂ ਹੈ, ਬਸ ਇੰਨਾ ਕੀ ਹੀ ਹੈ डिसोसीएशन वाला पार्ट. ਨੈਕਸਟ ਜੇ ਆਪਾਂ ਲੈ ਲਈਏ ਕਿ ਦੋਨਾਂ ਫੇਸਿਸ ਦੇ ਵਿੱਚ ਹੀ ਕੀ ਹੋ ਰਹੀ ਹੈ डिसोसीएशन, ਉਦੋਂ ਉੱਪਰ ਆਪਾਂ ਲਿਆ ਕਿ ਇੱਕ ਫੇਸ ਦੇ ਵਿੱਚ ਹੋ ਰਹੀ ਹੈ. ਜੇ ਦੋਨਾਂ ਦੇ ਵਿੱਚ ਹੋਏਗੀ ਤਾਂ ਦੋਨਾਂ ਦੀ ਕੰਸਨਟ੍ਰੇਸ਼ਨ ਚੇਂਜ ਹੋ ਜਾਏਗੀ. ਉੱਪਰ ਕੀ ਆ ਜਾਏਗਾ c1 into 1 minus alpha over c2 into 1 minus alpha is equals to k. This was case third. Next is case 4. When the solute enters into the chemical combination with one of the solvent. ਜਦੋਂ ਕੀ ਹੈ ਹੁਣ ਸਲਿਊਟ ਹੈ ਉਹ ਇੱਕ ਕੈਮੀਕਲ ਕੰਬੀਨੇਸ਼ਨ ਦੇ ਵਿੱਚ ਚਲਾ ਗਿਆ. ਮੀਨਸ ਪਹਿਲਾਂ ਤਾਂ ਸੀ ਜਿਹੜੇ ਸਲਿਊਟ ਸੀ ਉਹ ਆਪਸ ਦੇ ਵਿੱਚ ਐਸੋਸੀਏਟ ਹੋ ਰਹੇ ਸੀ ਜਾਂ ਫਿਰ ਡਿਸੋਸੀਏਟ ਹੋ ਰਹੇ ਸੀ. ਹੁਣ ਕੀ ਹੈ ਸਲਿਊਟ ਇੱਕ ਕੈਮੀਕਲ ਰਿਐਕਸ਼ਨ ਕਰਕੇ ਕੈਮੀਕਲ ਉਹਦੀ ਕੰਬੀਨੇਸ਼ਨ ਹੋ ਗਈ ਵਿਦ ਵਨ ਆਫ ਦੀ ਸੋਲਵੈਂਟ. ਤਾਂ ਇਹਦੇ ਵਿੱਚ ਵੀ ਕੀਤਾ ਆਪਾਂ ਫੇਸ 1 ਦੇ ਵਿੱਚ ਕੋਈ ਕੰਬੀਨੇਸ਼ਨ ਨਹੀਂ ਹੋਈ, ਤਾਂ ਸੈਕਿੰਡ ਫੇਸ ਦੇ ਵਿੱਚ ਕੰਬੀਨੇਸ਼ਨ ਹੋਈ. x ਹੈ n, s is here solvent, ਤਾਂ n ਉਹਦੇ ਨੰਬਰ ਆਫ ਮੋਲਸ ਨਾਲ ਰਿਐਕਟ ਕਰਕੇ ਕੀ ਬਣਾ ਲਿਆ x ਡੋਟ n s. ਤਾਂ ਆਪਾਂ ਕੰਸਨਟ੍ਰੇਸ਼ਨ x ਦੀ here we have taken c2 and of solvent it is cs and x dot ns ਦੀ c. ਤੇ ਇੱਥੇ ਵੀ ਦੋ ਇਕੁਇਲਿਬਰੀਅਮ ਐਗਜ਼ਿਸਟ ਕਰਨਗੇ. x and x ਦਾ ਡਿਸਟ੍ਰੀਬਿਊਸ਼ਨ ਲਾਅ ਲਗਾਇਆ c1 by c2 is equals to k ਆ ਜਾਏਗਾ, ਰਾਈਟ. ਨੈਕਸਟ ਇਜ਼ x plus n s changes to x dot n s. ਹੇਅਰ ਕੋਈ ਐਸੋਸੀਏਸ਼ਨ ਨਹੀਂ, ਕੋਈ ਡਿਸੋਸੀਏਸ਼ਨ ਨਹੀਂ, ਇਸ ਕਰਕੇ c2 ਹੀ ਰਿਹਾ. ਇੱਥੇ ਕੋਈ ਅਲਫਾ ਕੋਈ ਕੁਛ ਨਹੀਂ ਆਏਗਾ. c1 by c2 is equals to k. ਨੈਕਸਟ ਜਦੋਂ ਇਸ ਇਕੁਇਲਿਬਰੀਅਮ 'ਤੇ ਲਗਾਵਾਂਗੇ, ਇਸ ਇਕੁਇਲਿਬਰੀਅਮ 'ਤੇ ਆਪਾਂ ਕੀ ਹੈ ਡਿਸਟ੍ਰੀਬਿਊਸ਼ਨ ਲਾਅ ਨਹੀਂ ਲਗਾ ਸਕਦੇ, ਤਾਂ ਇੱਥੇ ਕੀ ਲਗਾਵਾਂਗੇ ਕੈਮੀਕਲ ਇਕੁਇਲਿਬਰੀਅਮ. ਜੇ ਕੈਮੀਕਲ ਇਕੁਇਲਿਬਰੀਅਮ ਲਗਾਵਾਂਗੇ ਤਾਂ ਕੈਮੀਕਲ ਇਕੁਇਲਿਬਰੀਅਮ ਲਗਾ ਕੇ ਉੱਪਰ ਕੰਸਨਟ੍ਰੇਸ਼ਨ ਕਿਹਦੀ ਆ ਜਾਏਗੀ ਪ੍ਰੋਡਕਟਸ ਦੀ. ਪ੍ਰੋਡਕਟ ਹੇਅਰ ਇਜ਼ x dot ns, ਤਾਂ ਉਹਦੀ ਕੰਸਨਟ੍ਰੇਸ਼ਨ ਇਜ਼ cc ਓਵਰ ਰਿਐਕਟੈਂਟ ਦੀ ਕੀ ਹੈ c2 ਤੇ ਸੀ ਐਸ ਦੀ ਪਾਵਰ ਕੀ ਆ ਜਾਏਗੀ n, ਬਿਕੋਜ਼ s ਦੇ ਨੰਬਰ ਆਫ ਮੋਲਸ ਕਿੰਨੇ ਹੈ n. ਤਾਂ ਇਜ਼ ਇਕੁਅਲਸ ਟੂ ਕੀ ਆ ਜਾਏਗਾ, ਇਹਨੂੰ ਆਪਾਂ ਡਿਨੋਟ ਕਰਤਾ ਬਾਈ k1. ਹੁਣ cs ਇਜ਼ ਕੰਸਨਟ੍ਰੇਸ਼ਨ ਆਫ ਸੋਲਵੈਂਟ. ਤਾਂ ਸੋਲਵੈਂਟ ਕੀ ਆ ਆਲਵੇਜ਼ ਇਟ ਇਜ਼ ਇਨ ਐਕਸੈਸ. ਜੋ ਐਕਸੈਸ ਦੇ ਵਿੱਚ ਹੈ ਤਾਂ ਆਪਾਂ ਉਹਨੂੰ ਕਾਂਸਟੈਂਟ ਲੈ ਸਕਦੇ ਹਾਂ. ਤਾਂ ਇਹ ਵੀ ਕੀ ਹੈ ਰਾਈਟ ਸਾਈਡ 'ਤੇ ਜਾ ਕੇ ਮਲਟੀਪਲਾਈ ਹੋ ਜਾਏਗਾ k1 ਨਾਲ. ਤਾਂ ਇਹ ਕੀ ਕਾਂਸਟੈਂਟ ਲੈ ਕੇ ਅਨਦਰ ਕਾਂਸਟੈਂਟ ਬਣ ਜਾਏਗਾ k2. ਤਾਂ ਇਟ ਵਿਲ ਕਮ ਆਊਟ ਟੂ ਬੀ cc by c2. Now adding 1 on both sides, 1 plus cc by c2 is equals to 1 plus k2. So here we will get another equation number 2. Now dividing equation number 1 by equation number 2, we get
C1 by C2 plus Cc is equals to K by 1 plus K2 comes out to be another constant known as K3. Here C2 is the normal concentration of the normal molecules of X and Cc is the concentration of the solvated molecules जो कि है solvent ਨਾਲ react करके सल्यूट एंड सॉल्वेंट दोनों रिएक्ट करके की बनाया उन्होंने एक सॉल्वेटेड मॉलिक्यूल। सो आप लिख सकते हैं कि ऊपर टोटल कंसनट्रेशन ऑफ एक्स इन फेस 1 ओवर टोटल कंसनट्रेशन ऑफ एक्स इन फेस 2 क्योंकि फेस 2 ਦੇ ਵਿੱਚ ਇੱਕ ਤਾਂ ਨਾਰਮਲ ਮੋਲੀਕਿਊਲਸ ਪਏ ਹੈ ਦੂਸਰੇ ਕਿਹੜੇ ਪਏ ਹੈ ਜਿਹੜੇ ਸੋਲਵੇਟਡ ਹੈ ਸੋਲਵੈਂਟ ਨਾਲ ਰਿਐਕਟ ਕਰਕੇ ਉਹਨਾਂ ਨੇ ਕੀ ਬਣਾਤੇ ਇੱਕ ਨਵੇਂ ਮੋਲੀਕਿਊਲ ਸੋਲਵੇਟਡ ਮੋਲੀਕਿਊਲਸ ਤੇ ਇਹਨਾਂ ਦੀ ਐਡੀਸ਼ਨ ਕਰਾਂਗੇ ਤਾਂ ਟੋਟਲ ਕੰਸਨਟ੍ਰੇਸ਼ਨ ਆਫ ਐਕਸ ਦੀ ਟੋਟਲ ਕੰਸਨਟ੍ਰੇਸ਼ਨ ਆ ਜਾਏਗੀ ਫੇਸ 2 ਦੇ ਵਿੱਚ that comes out to be constant। That's all. Thank you.